TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਘਟਨਾਵਾਂ ਦੇ ਉੱਤੇ ਰਲ ਮਿਲ ਕੇ ਵਿਚਾਰ ਚਰਚਾ ਕਰੀਏ। ਸਭ ਤੋਂ ਪਹਿਲਾਂ ਇੱਕ ਨਜ਼ਰ ਉਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ। ਪੈਗਾਸਸ ਜਸੂਸੀ ਦਾ ਮਾਮਲਾ ਦੂਸਰੇ ਦਿਨ ਵੀ ਗਰਮਾਇਆ। ਸਦਨ ਦੀ ਕਾਰਵਾਈ ਫਿਰ ਕਰਨੀ ਪਈ ਮੁਲਤਵੀ। ਆਓ ਜਾਣੀਏ ਅਸਲ ਦੇ ਵਿੱਚ ਪੈਗਾਸਸ ਹੈ ਕੀ। ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ, ਪਰ ਸਰਕਾਰ ਕੋਲ ਕਿਸਾਨਾਂ ਦੀ ਮੌਤ ਦਾ ਨਹੀਂ ਕੋਈ ਰਿਕਾਰਡ, ਤੋਮਰ ਦਾ ਕਹਿਣਾ। ਬਰਗਾੜੀ ਕਾਂਡ ਵਿੱਚ ਸਿੱਟ ਵੱਲੋਂ ਡੇਰਾ ਪ੍ਰੇਮੀਆਂ ਖਿਲਾਫ ਚਲਾਨ ਪੇਸ਼। ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਸਿੱਧੂ ਲਈ ਆਈ ਪਰਖ ਦੀ ਘੜੀ ਅਤੇ ਸਿੱਧੂ ਤੋਂ ਬਾਅਦ ਹੁਣ ਕੈਪਟਨ ਦੇ ਟਵੀਟ ਨੇ ਪਾਈ ਨਵੀਂ ਪਸੂੜੀ। ਦੋਸਤੋ, ਇਹ ਕੁਝ ਖਬਰਾਂ ਤੇ ਇਹਦੇ ਇਲਾਵਾ ਵੀ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੌਰਾਨ ਵਿਸਥਾਰ ਸਹਿਤ ਮੈਂ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਚਾਹੁੰਦਾ। ਇਹਦੇ ਤੋਂ ਪਹਿਲਾਂ ਕਿ ਇਹਦੇ ਨੂੰ ਚੱਲੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ। ਤੇ ਆਓ ਹੁਣ ਇਕੱਲੀ ਖਬਰ ਦੀ ਸਾਰ ਲਈਏ। ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਐਤਵਾਰ ਤੋਂ ਹੀ ਇੰਡੀਆ ਦੇ ਵਿੱਚ ਇੱਕ ਰਿਪੋਰਟ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਬਹੁਤ ਵੱਡੇ ਅਖਬਾਰ ਨੇ, ਮੀਡੀਆ ਆਊਟਲੈਟਸ ਨੇ, ਜਿਨ੍ਹਾਂ ਦੇ ਵਿੱਚ ਦ ਗਾਰਡੀਅਨ ਵੀ ਹੈ, ਵਾਸ਼ਿੰਗਟਨ ਪੋਸਟ ਵੀ ਹੈ ਅਤੇ ਲਗਭਗ ਦੁਨੀਆ ਭਰ ਦੀਆਂ 16 ਮੀਡੀਆ ਸੰਸਥਾਵਾਂ ਨੇ, ਆਊਟਲੈਟਸ ਨੇ, ਜਿਨ੍ਹਾਂ ਨੇ ਇੱਕ ਸਾਂਝੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਇੰਡੀਆ ਸਰਕਾਰ ਨੇ, ਭਾਰਤ ਸਰਕਾਰ ਨੇ ਸਾਲ 2017 ਤੋਂ ਲੈ ਕੇ 2019 ਦੇ ਦਰਮਿਆਨ ਕਰੀਬ 300 ਭਾਰਤੀ ਲੋਕਾਂ ਦੇ ਅੱਖਾਂ ਜਾਂ 300 ਮੋਬਾਈਲ ਨੰਬਰਾਂ ਦਾ ਜਸੂਸੀ ਕਰਵਾਈ ਹੈ। ਹੁਣ ਤੁਸੀਂ ਦੇਖੋ ਕਿ ਜਿਹੜੀਆਂ ਮੈਂ 15-17 ਮੀਡੀਆ ਆਊਟਲੈਟਸ ਦੇ ਬਾਬਤ ਤੁਹਾਨੂੰ ਦੱਸ ਰਿਹਾ, ਇਹ ਕੋਈ ਛੋਟੀਆਂ-ਮੋਟੀਆਂ ਮੀਡੀਆ ਆਊਟਲੈਟਸ ਨਹੀਂ। ਦੁਨੀਆ ਭਰ ਦੇ ਵਿੱਚੋਂ ਮੰਨੀਆਂ ਪਰਮੰਨੀਆਂ ਮੀਡੀਆ ਆਊਟਲੈਟਸ, ਮੀਡੀਆ ਹਾਊਸ ਨੇ। ਉਹਨਾਂ ਦੀ ਇਹ ਇੱਕ ਸਾਂਝੀ ਰਿਪੋਰਟ ਹੈ ਕਿ 300 ਨੰਬਰਾਂ ਦੀ ਜਾਂ 300 ਲੋਕਾਂ ਦੀ ਮੈਂ ਆਖ ਸਕਦਾ ਕਿ ਜਸੂਸੀ ਕਰਵਾਈ ਗਈ ਹੈ। ਇਹਨਾਂ 'ਚ ਕਿਸੇ ਇੱਕ ਕਿਸਮ ਦੇ ਬੰਦੇ ਨਹੀਂ, ਇਹਨਾਂ 'ਚ ਪੱਤਰਕਾਰ ਵੀ ਨੇ, ਇਹਨਾਂ 'ਚ ਵਕੀਲ ਵੀ ਨੇ, ਕੁਝ ਸੋਸ਼ਲ ਵਰਕਰ ਵੀ ਨੇ, ਇਹਨਾਂ ਵਿੱਚ ਵਿਰੋਧੀ ਧਿਰਾਂ ਦੇ ਕੁਝ ਲੀਡਰ ਵੀ ਨੇ, ਕੁਝ ਵਪਾਰੀ ਵੀ ਨੇ। ਸਰਕਾਰ ਨੇ ਪੈਗਾਸਸ ਸਪਾਈਵੇਅਰ ਰਾਹੀਂ ਇਹਨਾਂ ਲੋਕਾਂ ਦੇ ਪਤਾ ਲੱਗ ਰਿਹਾ ਕਿ ਫੋਨ ਹੈਕ ਕੀਤੇ ਨੇ। ਇਸ ਰਿਪੋਰਟ ਤੋਂ ਬਾਅਦ ਸਰਕਾਰ ਆਪਣੀ ਸਫਾਈ ਦੇ ਰਹੀ ਹੈ। ਉਹ ਇਹਨਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਹੀ ਹੈ। ਉਹ ਕਹਿੰਦੇ ਸਾਡਾ ਇਹ ਕੋਈ ਕੀਤਾ ਕਰਾਇਆ ਨਹੀਂ। ਉਧਰ ਪੈਗਾਸਸ ਨੂੰ ਤਿਆਰ ਕਰਨ ਵਾਲੀ ਕੰਪਨੀ ਨੇ ਵੀ ਇਸ ਰਿਪੋਰਟ ਨੂੰ ਦਰਅਸਲ ਗਲਤ ਦੱਸਿਆ ਹੈ। ਜਿਸ ਪੈਗਾਸਸ ਸੌਫਟਵੇਅਰ ਨੂੰ ਲੈ ਕੇ ਹੰਗਾਮਾ ਹੋਇਆ ਹੈ, ਆਲੇ ਦੁਆਲੇ ਬਵਾਲ ਮੱਚਿਆ ਪਿਆ, ਜਿਹਨੂੰ ਲੈ ਕੇ ਸਵਾਲ ਉੱਠ ਰਹੇ ਨੇ। ਤੁਹਾਡੇ ਦਿਲ ਵਿੱਚ ਵੀ ਸਵਾਲ ਆਉਂਦਾ ਹੋਣਾ, ਫਿਰ ਪੈਗਾਸਸ ਹੈ ਕੀ, ਇਹ ਕੰਮ ਕਿਵੇਂ ਕਰਦਾ ਹੈ, ਇਹਦੀ ਕਾਰਗੁਜ਼ਾਰੀ ਕਿਵੇਂ ਹੈ। ਆਓ ਅੱਜ ਦੇ ਪ੍ਰੋਗਰਾਮ ਦੌਰਾਨ ਕੁਝ ਕੁ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਜਿੰਨੀ ਕੁ ਜਾਣਕਾਰੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਅਸਲ ਦੇ ਵਿੱਚ ਪੈਗਾਸਸ ਕੀ ਹੈ, ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਵੀ ਮਨ ਵਿੱਚ ਉੱਠਦੇ ਨੇ, ਹੋ ਸਕਦਾ ਤੁਹਾਡੇ ਸ਼ੰਕੇ ਨਿਵਰਤ ਹੋਣ। ਅਸਲ ਦੇ ਵਿੱਚ ਇਹ ਇੱਕ ਸਰਵੇਲੈਂਸ ਸੌਫਟਵੇਅਰ ਹੈ ਜਿਸ ਨੂੰ ਇਜ਼ਰਾਈਲ ਦੀ ਇੱਕ ਸੁਰੱਖਿਆ ਕੰਪਨੀ NSO ਗਰੁੱਪ ਨੇ ਬਣਾਇਆ ਹੈ। ਇਹਦੇ ਰਾਹੀਂ ਕਿਸੇ ਵਿਅਕਤੀ ਦਾ ਫੋਨ ਹੈਕ ਕੀਤਾ ਜਾ ਸਕਦਾ ਹੈ, ਟੈਪ ਕੀਤਾ ਜਾ ਸਕਦਾ ਹੈ, ਉਹਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਜਿਹੜੇ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੈ, ਟਾਰਗੇਟ ਹੈ ਤੁਹਾਡਾ, ਉਹਦੇ ਫੋਨ ਦੇ ਵਿੱਚ ਇਹਨੂੰ ਇੰਸਟਾਲ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਉਹਦੇ ਫੋਨ ਦਾ ਕੰਟਰੋਲ ਉਸ ਬੰਦੇ ਕੋਲ, ਉਸ ਕੰਪਨੀ ਕੋਲ ਆ ਜਾਂਦਾ ਹੈ। ਇਹ ਰਿਮੋਟ ਐਕਸੈਸ ਟਰੋਜਨ ਦੀ ਤਰ੍ਹਾਂ ਕੰਮ ਕਰਦਾ ਹੈ। ਜੈਰੂਸਲਮ ਸਥਿਤ ਦ ਇੰਸਟੀਚਿਊਟ ਫਾਰ ਨੈਸ਼ਨਲ ਸਿਕਿਉਰਿਟੀ ਸਟੱਡੀਜ਼ ਨਾਲ ਜੁੜੇ ਸਾਈਬਰ ਸੁਰੱਖਿਆ ਮਾਹਰ ਨੇ ਕਰਨਲ ਗਾਬੀ ਸਿਬੋਨੀ, ਮਿਸਟਰ ਸਿਬੋਨੀ ਦੇ ਮੁਤਾਬਕ ਇਹ ਕਿਵੇਂ ਕੰਮ ਕਰਦਾ, ਇਹਦੇ ਬਾਰੇ ਬਹੁਤੀ ਜਾਣਕਾਰੀ ਤਾਂ ਕਹਿੰਦੇ ਭਾਵੇਂ ਉਪਲਬਧ ਨਹੀਂ, ਪਰ ਇੰਨਾ ਪਤਾ ਹੈ ਕਿ ਇੱਕ ਬੇਹੱਦ ਉੱਨਤ ਸੌਫਟਵੇਅਰ ਹੈ ਜਿਸ ਨੂੰ NSO ਨੇ ਤਿਆਰ ਕੀਤਾ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਗਠਨ ਸਾਲ 2009 ਵਿੱਚ ਹੋਇਆ ਸੀ ਅਤੇ ਇੱਕ ਅਤ ਉੱਨਤ ਨਿਗਰਾਨੀ ਵਾਲਾ ਟੂਲ ਬਣਾਇਆ ਉਸ ਕੰਪਨੀ ਨੇ। ਦੁਨੀਆ ਦੇ ਕਈ ਮੁਲਕਾਂ ਦੀਆਂ ਸਰਕਾਰਾਂ ਇਸ ਟੂਲ ਨੂੰ ਖਰੀਦ ਚੁੱਕੀਆਂ ਨੇ। ਫਰਾਂਸ ਦੇ ਵਿੱਚੋਂ ਵੀ ਤੇ ਕਈ ਹੋਰਨਾਂ ਮੁਲਕਾਂ ਦੇ ਵਿੱਚੋਂ ਵੀ ਜਸੂਸੀ ਦੀਆਂ ਖਬਰਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਰਹੀਆਂ ਨੇ। ਹੁਣ ਸਰਕਾਰ ਮੁੱਕਰ ਰਹੀ ਹੈ ਕਿ ਅਸੀਂ ਇਹ ਕੰਮ ਕੀਤਾ ਨਹੀਂ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਇਹਨੂੰ ਖਰੀਦਿਆ ਕਿਹਨੇ, ਜਾਂ ਇੱਕ ਪ੍ਰੋਟੋਕੋਲ ਹੈ, ਇਹਨੂੰ ਖਰੀਦ ਕੌਣ ਸਕਦਾ। ਇਹ ਨਹੀਂ ਕਿ ਤੁਸੀਂ ਚਾਹੋ, ਮੈਂ ਚਾਹਾਂ ਜਾਂ ਕੋਈ ਹੋਰ ਚਾਹੇ ਕਿ ਅਸੀਂ ਖਰੀਦ ਸਕਦੇ ਹਾਂ।
ਤੁਹਾਡੇ ਦਿਲ ਵਿੱਚ ਵੀ ਸਵਾਲ ਆਉਂਦਾ ਹੋਣਾ। ਅੱਜ ਮੈਂ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਵੀ ਇਸ ਦੇ ਬਾਬਤ ਜ਼ਿਕਰ ਕੀਤਾ ਸੀ ਕਿ ਇਹਨੂੰ ਖਰੀਦ ਕੌਣ ਸਕਦਾ ਹੈ। ਜੇ ਸਰਕਾਰ ਕਹਿੰਦੀ ਹੈ ਸਾਡਾ ਕੰਮ ਨਹੀਂ, ਇੰਡੀਆ ਦੇ ਵਿੱਚ ਸੌਫਟਵੇਅਰ ਆਇਆ, ਫਿਰ ਖਰੀਦਿਆ ਕਿਹਨੇ? NSO ਦਾਅਵਾ ਕਰਦੀ ਹੈ, ਜਿਹਨੇ ਭਾਵੇਂ ਇਹ ਸੌਫਟਵੇਅਰ ਬਣਾਇਆ ਹੈ, ਕਿ ਇਹਨੂੰ ਸਿਰਫ ਸਰਕਾਰ ਖਰੀਦ ਸਕਦੀ ਹੈ ਜਾਂ ਕੋਈ ਸਰਕਾਰ ਦੀ ਏਜੰਸੀ ਖਰੀਦ ਸਕਦੀ ਹੈ। ਹੁਣ ਜੇ ਇੰਡੀਆ 'ਚ ਆਇਆ, ਸਰਕਾਰ ਕਹਿੰਦੀ ਅਸੀਂ ਖਰੀਦਿਆ ਨਹੀਂ, ਫਿਰ ਪਤਾ ਕਰਨਾ ਚਾਹੀਦਾ ਹੈ, ਜਾਂਚ ਹੋਣੀ ਚਾਹੀਦੀ ਹੈ ਕਿ ਜੇ ਸਰਕਾਰ ਕਹਿੰਦੀ ਖਰੀਦਿਆ ਨਹੀਂ, ਕੰਪਨੀ ਕਹਿੰਦੀ ਹੈ ਸਰਕਾਰ ਜਾਂ ਸਰਕਾਰ ਦੀ ਏਜੰਸੀ ਤੋਂ ਬਗੈਰ ਅਸੀਂ ਕਿਸੇ ਬੰਦੇ ਨੂੰ ਦਿੰਦੇ ਨਹੀਂ। ਜਨਤਕ ਜਾਣਕਾਰੀ ਦੇ ਮੁਤਾਬਕ ਪਨਾਮਾ ਅਤੇ ਮੈਕਸੀਕੋ ਦੀ ਸਰਕਾਰ ਇਸ ਦਾ ਇਸਤੇਮਾਲ ਕਰਦੀ ਰਹੀ ਹੈ। ਕੰਪਨੀ ਮੁਤਾਬਕ ਇਹਨੂੰ ਇਸਤੇਮਾਲ ਕਰਨ ਵਾਲਿਆਂ ਦੇ ਵਿੱਚ 51% ਸਰਕਾਰੀ ਖੁਫੀਆ ਏਜੰਸੀਆਂ ਨੇ, 38% ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਨੇ, ਜਦਕਿ 11% ਫੌਜ ਵੀ ਇਸ ਸੌਫਟਵੇਅਰ ਦਾ ਇਸਤੇਮਾਲ ਕਰਦੀ ਹੈ। NSO ਦੇ ਮੁਤਾਬਕ ਇਹਨੂੰ ਅਤਵਾਦੀਆਂ ਤੇ ਨਜ਼ਰ ਰੱਖਣ ਅਤੇ ਅਤਵਾਦੀ ਘਟਨਾਵਾਂ ਰੋਕਣ ਦੇ ਮਕਸਦ ਦੇ ਨਾਲ ਦਰਅਸਲ ਤਿਆਰ ਕੀਤਾ ਗਿਆ ਸੀ। ਹੁਣ ਭਾਰਤ ਦੇ ਵਿੱਚ ਜਿਹੜੇ ਲੋਕਾਂ ਦੀ ਜਾਸੂਸੀ ਦੀਆਂ ਖਬਰਾਂ ਨੇ, ਕੀ ਸੱਚ ਹੈ ਕਿ ਝੂਠ, ਆਉਣ ਵਾਲੇ ਦਿਨਾਂ ਵਿੱਚ ਜੇਕਰ ਜਾਂਚ ਪੜਤਾਲ ਹੋਈ ਤਾਂ ਸਾਹਮਣੇ ਆਊ। ਪਰ ਰਾਹੁਲ ਗਾਂਧੀ ਹੈ, ਪ੍ਰਸ਼ਾਂਤ ਕਿਸ਼ੋਰ ਹੈ, ਉਧਰ ਮਮਤਾ ਬੈਨਰਜੀ ਦਾ ਭਤੀਜਾ ਹੈ, ਰੰਜਨ ਗੋਗੋਈ ਸਾਹਿਬ ਜਿਹੜੇ ਪਹਿਲਾਂ ਸਾਬਕਾ, ਹੁਣ ਤਾਂ ਸਾਬਕਾ ਨੇ, ਪਹਿਲਾਂ ਜਿਹੜੇ ਭਾਰਤ ਦੇ ਚੀਫ ਜਸਟਿਸ ਸਨ, ਇੱਕ ਮਹਿਲਾ ਨੇ ਉਹਨਾਂ ਤੇ ਦੋਸ਼ ਲਾਏ ਸੀ, ਉਹਦੇ ਤੇ ਉਹਦੇ 11 ਪਰਿਵਾਰ ਦੇ ਜੀਆਂ ਦੇ ਫੋਨ ਟੈਪ ਹੋਏ ਨੇ। ਕਹਿਣ ਦਾ ਭਾਵ ਇਹਨਾਂ 'ਚੋਂ ਕੋਈ ਵੀ ਅੱਤਵਾਦੀ ਨਹੀਂ, ਕੋਈ ਵੀ ਅੱਤਵਾਦੀ ਗਤੀਵਿਧੀ ਨਾਲ ਸੰਬੰਧਿਤ ਨਹੀਂ। ਹੁਣ ਭਾਰਤ ਸਰਕਾਰ ਫਿਰ ਇਹਦੀ ਗਾਹਕ ਹੈ ਜਾਂ ਨਹੀਂ, ਇਸ ਗੱਲ ਦੀ ਪੁਸ਼ਟੀ ਕੌਣ ਕਰੇ ਫਿਰ? ਕਿਉਂਕਿ ਸਵਾਲ ਇਸ ਗੱਲ ਦਾ ਹੈ, ਜਦੋਂ ਕੰਪਨੀ ਬਣਾਉਣ ਵਾਲੀ ਕਹਿੰਦੀ ਹੈ ਕਿ ਸਰਕਾਰ ਖਰੀਦ ਸਕਦੀ ਹੈ ਜਾਂ ਕੋਈ ਸਰਕਾਰ ਦੀ ਏਜੰਸੀ ਖਰੀਦ ਸਕਦੀ ਹੈ, ਫਿਰ ਭਾਰਤ ਸਰਕਾਰ ਨੂੰ ਇਹਦੇ ਉੱਤੇ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਹੈ। ਹੁਣ ਸਵਾਲ ਹੈ ਕਿ ਕਿਸੇ ਫੋਨ ਤੱਕ ਇਹ ਪੈਗਾਸਸ ਫਿਰ ਪਹੁੰਚ ਕਿਵੇਂ ਕਰਦਾ ਹੋਣਾ ਹੈ? ਇਹਨੂੰ ਕਿਸੇ ਡਿਵਾਈਸ ਦੇ ਵਿੱਚ ਰਿਮੋਟ ਦੇ ਨਾਲ ਇੰਸਟਾਲ ਕੀਤਾ ਜਾਂਦਾ ਹੈ। ਸਿਰਫ ਇੱਕ ਮਿਸ ਕਾਲ ਕਰਕੇ ਵੀ ਤੁਹਾਡੇ ਫੋਨ ਦੇ ਵਿੱਚ ਇਹ ਇੰਸਟਾਲ ਕੀਤਾ ਜਾ ਸਕਦਾ ਹੈ। ਇਹਦੇ ਤੋਂ ਇਲਾਵਾ WhatsApp ਮੈਸੇਜ ਦੇ ਰਾਹੀਂ ਜਾਂ ਫਿਰ ਟੈਕਸਟ ਮੈਸੇਜ ਦੇ ਰਾਹੀਂ, MSA ਜਾਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਿਸੇ ਦੇ ਫੋਨ ਦੇ ਵਿੱਚ ਇਹਨੂੰ ਇੰਸਟਾਲ ਕੀਤਾ ਜਾ ਸਕਦਾ ਹੈ। ਪਰ ਹੁਣ ਇਹ ਤੋਂ ਅਗਲਾ ਸਵਾਲ ਤੁਹਾਡੇ ਜ਼ਿਹਨ ਵਿੱਚ ਦੌੜ ਰਿਹਾ ਹੋਣਾ ਹੈ, ਫਿਰ ਸਾਨੂੰ ਪਤਾ ਕਿਵੇਂ ਲੱਗੇ, ਜਾਂ ਜਿਹੜਾ ਵਿਅਕਤੀ ਟਾਰਗੇਟ ਬਣਾ ਲਿਆ ਗਿਆ ਉਹਨੂੰ ਪਤਾ ਕਿਵੇਂ ਲੱਗੇ ਕਿ ਉਹਦੇ ਫੋਨ ਦੇ ਵਿੱਚ ਪੈਗਾਸਸ ਹੈ ਜਾਂ ਨਹੀਂ, ਕਿ ਉਹਨੂੰ ਟਰੈਕ ਕਿਵੇਂ ਕੀਤਾ ਜਾਵੇ? ਜੇ ਮੰਨ ਲਓ ਕਿਸੇ ਦੇ ਫੋਨ ਦੇ ਵਿੱਚ ਪੈਗਾਸਸ ਇੰਸਟਾਲ ਕਰ ਦਿੱਤਾ ਗਿਆ, ਤਾਂ ਕੁਝ ਇੱਕ ਅਜਿਹੀਆਂ ਹਰਕਤਾਂ ਨੇ ਜੋ ਹੋ ਸਕਦਾ ਤੁਹਾਨੂੰ ਅਜੀਬ ਲੱਗਣ। ਤੁਹਾਨੂੰ ਉਹਦੇ ਪ੍ਰਤੀ ਸਾਵਧਾਨ ਹੋਣਾ ਚਾਹੀਦਾ ਹੈ। ਤੁਹਾਡੇ ਫੋਨ ਦੇ ਪ੍ਰੋਸੈਸਰ ਨੂੰ ਮੋਨੀਟਰ ਵੀ ਕੀਤਾ ਜਾਂਦਾ ਹੈ ਤੇ ਉਹਨੂੰ ਮੋਨੀਟਰ ਕਰਕੇ ਉਹਦੇ ਵਾਇਰਸ ਦਾ ਪਤਾ ਲਗਾਇਆ ਜਾ ਸਕਦਾ ਕਿ ਇਹ ਇੰਸਟਾਲ ਕੀਤਾ ਜਾਂ ਨਹੀਂ। ਹਾਲਾਂਕਿ ਇਹ ਕੰਮ ਆਮ ਵਿਅਕਤੀ ਜਾਂ ਤੁਸੀਂ ਖੁਦ ਨਹੀਂ ਕਰ ਸਕਦੇ। ਇਹਦੇ ਵਾਸਤੇ ਤੁਹਾਨੂੰ ਕਿਸੇ ਲੈਬ ਦੀ ਮਦਦ ਲੈਣੀ ਪਊਗੀ। ਪ੍ਰੋਸੈਸਰ ਮੋਨੀਟਰਿੰਗ ਰਾਹੀਂ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੇ ਫੋਨ ਦਾ ਜਿਹੜਾ ਟ੍ਰੈਫਿਕ ਹੈ ਕਿੰਨਾ ਕੁ ਇੱਧਰ ਉੱਧਰ ਹੋ ਰਿਹਾ ਹੈ, ਡਾਟਾ ਉਹਦਾ ਕਿੰਨਾ ਟਰਾਂਸਫਰ ਕੀਤਾ ਜਾ ਰਿਹਾ ਹੈ। ਫੋਨ 'ਚ ਪੈਗਾਸਸ ਹੋਣ ਦੀ ਜਾਣਕਾਰੀ ਪ੍ਰੋਸੈਸਰ ਮੋਨੀਟਰਿੰਗ ਰਾਹੀਂ ਸੰਭਵ ਹੈ ਜਾਂ ਫਿਰ ਕਿਸੇ ਫੋਰੈਂਸਿਕ ਲੈਬ ਦੇ ਦੁਆਰਾ ਇਹ ਸੰਭਵ ਹੋ ਸਕਦੀ ਹੈ। ਅਸਲ ਵਿੱਚ ਜਿਹੜਾ ਇਹ ਸੌਫਟਵੇਅਰ ਹੈ ਬੜੀ ਚੁਸਤੀ ਨਾਲ, ਬੜੀ ਚਲਾਕੀ ਨਾਲ ਜਾਸੂਸੀ ਕਰਦਾ ਹੈ। ਪ੍ਰੋਸੈਸਰ ਮੋਨੀਟਰਿੰਗ ਦਾ ਭਾਵ ਫੋਨ ਦੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਮੋਨੀਟਰ ਕਰਨਾ ਹੈ। ਪ੍ਰੋਸੈਸਰ ਮੋਨੀਟਰਿੰਗ ਰਾਹੀਂ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੇ ਫੋਨ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੋ ਰਿਹਾ ਹੈ ਜਿਹੜਾ ਤੁਸੀਂ ਖੁਦ ਤਾਂ ਕਰ ਹੀ ਨਹੀਂ ਰਹੇ। ਹੁਣ ਇਹਦੇ ਤੋਂ ਬਾਅਦ ਫਿਰ ਫੋਨ ਦੇ ਵਿੱਚ ਇਹ ਜਾ ਕੇ ਕਰਦਾ ਕੀ ਹੋਣਾ ਹੈ? ਜਦੋਂ ਕਿਸੇ ਫੋਨ ਦੇ ਵਿੱਚ ਇਹਨੂੰ ਇੰਸਟਾਲ ਕਰ ਦਿੱਤਾ ਜਾਂਦਾ ਹੈ, ਉਹ ਇਹ ਸਾਰੇ ਕੰਮ ਕਰ ਸਕਦਾ ਹੈ ਜਿਹੜਾ ਇੱਕ ਵਿਅਕਤੀ ਆਪਣੇ ਕੋਲ ਫੋਨ ਰੱਖਦਾ, ਆਪਣੀ ਡਿਵਾਈਸ ਰੱਖਦਾ, ਜਿਹੜਾ ਕੰਮ ਤੁਸੀਂ ਕਰ ਸਕਦੇ ਹੋ। ਇਹ ਪੈਗਾਸਸ ਉਹ ਸਭ ਕੁਝ ਕਰ ਸਕਦਾ ਹੈ। ਇਹ ਤੁਹਾਡੇ ਕੈਮਰੇ ਨੂੰ ਔਨ ਕਰ ਸਕਦਾ ਹੈ, ਤੁਹਾਡੀ ਫੋਟੋ ਕਲਿੱਕ ਕਰ ਸਕਦਾ ਹੈ, ਕਿਸੇ ਨੂੰ ਤੁਹਾਡੇ ਵੱਲੋਂ ਤੁਹਾਡੇ ਫੋਨ ਤੋਂ ਮੈਸੇਜ ਭੇਜ ਸਕਦਾ ਹੈ, ਤੁਹਾਡਾ ਕੈਲੰਡਰ ਚੈੱਕ ਕਰ ਸਕਦਾ ਹੈ, ਤੁਹਾਡੀ ਈਮੇਲ ਤੋਂ ਲੈ ਕੇ ਬੈਕਅਪ ਤੱਕ ਦੀ ਪੂਰੀ ਜਾਣਕਾਰੀ, ਕਿਹਨੂੰ ਤੁਸੀਂ ਫੋਨ ਕੀਤਾ ਹੈ, ਕਿਹੜੇ ਨੰਬਰ ਤੁਹਾਡੇ ਫੋਨ ਵਿੱਚ ਨੇ, ਕਿਹੜੀ ਤੁਸੀਂ ਕਿਸੇ ਨਾਲ ਚੈਟ ਕੀਤੀ ਹੈ, ਸਾਰਾ ਕੁਝ ਇਸ ਫੋਨ ਦੇ ਜ਼ਰੀਏ ਉਸ ਕੰਪਨੀ ਤੱਕ ਇਸ ਜੰਤਰ ਦੇ ਰਾਹੀਂ ਪਹੁੰਚ ਜਾਂਦਾ ਹੈ। ਇਹ ਮਾਈਕਰੋਫੋਨ ਨੂੰ ਆਰਾਮ ਨਾਲ ਐਕਸੈਸ ਕਰ ਸਕਦਾ ਹੈ। ਇਹ WhatsApp ਅਤੇ iMessenger ਵਰਗੇ ਜਿਹੜੀਆਂ ਵੀ ਐਪਸ ਨੇ ਉਹਦੀ ਚੈਟ ਪੜ੍ਹ ਸਕਦਾ ਹੈ। ਇਹ ਆਪਣਾ ਕੰਮ ਇੰਨੀ ਕੁ ਸਫਾਈ ਨਾਲ ਕਰਦਾ ਹੈ, ਇੰਨੀ ਕੁ ਸਫਾਈ ਨਾਲ ਕਰਦਾ ਹੈ ਕਿ ਕਿਸੇ ਪ੍ਰੋਸੈਸ ਮੋਨੀਟਰਿੰਗ ਜਾਂ ਫੋਰੈਂਸਿਕ ਲੈਬ ਤੋਂ ਬਗੈਰ ਤੁਹਾਨੂੰ ਇਹਦਾ ਇਲਮ ਵੀ ਨਹੀਂ ਹੋ ਸਕਦਾ। ਕਹਿਣ ਦਾ ਭਾਵ ਇਹ ਤਾਂ ਬੜਾ ਖਤਰਨਾਕ ਹੈ।
ਫਿਰ ਤੋਂ ਬਚਿਆ ਕਿਵੇਂ ਜਾਵੇ? ਇਹਦੇ ਤੋਂ ਬਚਣ ਦਾ ਕੋਈ ਤਰੀਕਾ ਤੁਹਾਡੇ ਕੋਲ ਨਹੀਂ। ਇਹਨੂੰ ਸਿਰਫ ਫਰਮਵੇਅਰ ਅਪਡੇਟ ਰਾਹੀਂ ਹੀ ਮਾਰਿਆ ਜਾ ਸਕਦਾ ਹੈ, ਜਾਂ ਫਿਰ ਜੇ ਤੁਹਾਡੀ ਕੋਈ ਵੀ ਤੁਹਾਡੇ ਕੋਲੇ ਫੋਨ ਹੈ ਉਹਦੇ 'ਚ ਅਪਡੇਟ ਆਉਂਦੀ ਹੈ, ਉਹਨੂੰ ਨਾਲ ਦੀ ਨਾਲ ਅਪਡੇਟ ਕਰਦੇ ਰਹੋ। ਕੋਈ ਵੀ ਅਪਡੇਟ ਆਵੇ ਉਹਨੂੰ ਅਪਡੇਟ ਜ਼ਰੂਰ ਕਰੋ। ਸਿਕਿਉਰਿਟੀ ਪੈਚ ਨੂੰ ਅਪਡੇਟ ਕਰਕੇ ਰੱਖੋ। ਜਾਂ ਇੱਕ ਹੋਰ ਤਰੀਕਾ, ਕਈ ਵਾਰੀ ਤੁਹਾਨੂੰ ਨੰਬਰ ਇਸ ਤਰ੍ਹਾਂ ਦੇ ਨੰਬਰਾਂ ਤੋਂ ਆਉਂਦੇ ਨੇ ਜਿਨ੍ਹਾਂ ਬਾਬਤ ਤੁਹਾਨੂੰ ਕਦੇ ਕੋਈ ਜਾਣਕਾਰੀ ਨਹੀਂ, ਪਤਾ ਹੀ ਨਹੀਂ ਕਿਸੇ ਹੋਰ ਮੁਲਕ ਤੋਂ ਨੰਬਰ ਆ ਰਿਹਾ ਹੈ। ਅਣਜਾਣ ਨੰਬਰ ਆਉਣ ਵਾਲਾ ਫੋਨ ਨਾ ਚੱਕੋ, ਉਹ ਕੋਈ ਲਿੰਕ ਨਾ ਖੋਲੋ, ਕੋਈ ਮੈਸੇਜ ਤੁਹਾਨੂੰ ਕਰਦਾ ਉਹ ਨਾ ਖੋਲੋ। ਵਿਦੇਸ਼ੀ ਨੰਬਰ ਤੋਂ ਕਿਸ ਤੋਂ ਕਾਲ ਆਉਂਦੀ ਹੈ ਜਿਹਦੇ ਬਾਬਤ ਤੁਹਾਨੂੰ ਕੋਈ ਜਾਣਕਾਰੀ ਨਹੀਂ, ਉਹਦਾ ਜਵਾਬ ਨਾ ਦਿਓ, ਕਾਲ ਰਿਸੀਵ ਨਾ ਕਰੋ। ਜੇ ਰਿਸੀਵ ਨਾ ਕਰ ਸਕੇ, ਕਾਲ ਮਿਸ ਹੋ ਗਈ, ਉਹ 'ਤੇ ਕਾਲ ਬੈਕ ਨਾ ਕਰੋ। ਜਾਂ ਸੋਸ਼ਲ ਮੀਡੀਆ 'ਤੇ ਕੋਈ ਸ਼ੱਕੀ ਮੈਸੇਜ ਆਇਆ ਉਹਦੇ ਤੋਂ ਦੂਰ ਰਹੋ। ਜਾਂ ਫਿਰ ਐਂਟੀਵਾਇਰਸ ਫੋਨ ਜਾਂ ਪ੍ਰੋਸੈਸਰ ਦੇ ਵਿੱਚ ਪਾਏ ਜਾ ਸਕਦੇ ਹੈ। ਹੁਣ ਇਹ ਮਾਮਲਾ ਸੱਚਮੁੱਚ ਬੜਾ ਗੰਭੀਰ ਹੈ। ਹੁਣ ਲੋਕ ਸਭਾ ਦੇ ਵਿੱਚ ਦੂਸਰੇ ਦਿਨ ਵੀ ਇਹਨੂੰ ਲੈ ਕੇ ਹੰਗਾਮੇ ਹੋਏ ਨੇ। ਪੈਗਾਸਸ ਜਸੂਸੀ ਮਾਮਲਾ, ਮਹਿੰਗਾਈ ਦਾ ਮੁੱਦਾ, ਕਿਸਾਨੀ ਕਾਨੂੰਨਾਂ ਦਾ ਮੁੱਦਾ, ਇਹਨਾਂ ਮਸਲਿਆਂ ਤੇ ਲੋਕ ਸਭਾ ਦੇ ਵਿੱਚ ਲਗਾਤਾਰ ਹੰਗਾਮੇ ਹੋਏ। ਲੋਕ ਸਭਾ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ, ਬਾਅਦ ਦੇ ਵਿੱਚ ਫਿਰ ਦਿਨ ਭਰ ਲਈ ਮੁਲਤਵੀ ਕਰਨੀ ਪਈ। ਦੂਸਰੇ ਪਾਸੇ ਰਾਜ ਸਭਾ ਦੇ ਵਿੱਚ ਵੀ ਵਿਰੋਧੀ ਧਿਰ ਹੰਗਾਮੇ ਕਰਦੀ ਰਹੀ, ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ। ਪਰ ਬਾਅਦ ਦੇ ਵਿੱਚ ਦੁਪਹਿਰ ਸਦਨ ਦੇ ਵਿੱਚ ਕਰੋਨਾ ਮਹਾਮਾਰੀ ਦੇ ਬਾਬਤ ਚਰਚਾ ਜ਼ਰੂਰ ਹੋਈ ਰਾਜ ਸਭਾ ਦੇ ਵਿੱਚ। ਇਸੇ ਦੌਰਾਨ ਕੇਂਦਰ ਨੇ ਦੱਸਿਆ ਕਿ ਤੀਸਰੀ ਲਹਿਰ ਨਾਲ ਨਜਿੱਠਣ ਦੇ ਵਾਸਤੇ ਸਰਕਾਰ ਤਿਆਰੀਆਂ ਕਰ ਰਹੀ ਹੈ, ਉਹਨਾਂ ਨੇ ਦਾਅਵਾ ਕੀਤਾ। ਤੇ ਦੂਸਰੇ ਪਾਸੇ ਭਾਜਪਾ ਦੇ ਸੰਸਦ ਮੈਂਬਰ ਨੇ ਸੁਬਰਾਮਨੀਅਮ ਸਵਾਮੀ ਨੇ ਜਿਹੜਾ ਮੀਡੀਆ ਹਾਊਸਿਸ ਦੀ ਮੈਂ ਗੱਲ ਕੀਤੀ ਹੈ, ਕੌਮੰਤਰੀ ਨੇ, ਵੱਡੇ ਨੇ, ਉਹ ਕਹਿੰਦੇ ਜਦੋਂ ਉਹ ਦੋਸ਼ ਲਾ ਰਹੇ ਨੇ, ਉਹਨਾਂ ਦੀ ਰਿਪੋਰਟ ਹੈ ਕਿ ਪੈਗਾਸਸ ਦੇ ਵੱਲੋਂ ਜਸੂਸੀ ਕਰਵਾਈ ਗਈ ਹੈ। ਇਹਨਾਂ ਦਾਅਵਿਆਂ ਦੇ ਵਿੱਚ ਕਹਿੰਦੇ ਹੋਰ ਕਿਸੇ ਨੂੰ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਸੱਚਾਈ ਦੱਸਣੀ ਚਾਹੀਦੀ ਹੈ। ਉਹਨਾਂ ਨੇ ਅਸਲ ਦੇ ਵਿੱਚ ਇੱਕ ਟਵੀਟ ਕੀਤਾ। ਸੁਬਰਾਮਨੀਅਮ ਸਵਾਮੀ ਨੇ ਸਪਸ਼ਟ ਕੀਤਾ ਕਿ ਪੈਗਾਸਸ ਸਪਾਈਵੇਅਰ ਇੱਕ ਵਪਾਰਕ ਕੰਪਨੀ ਹੈ ਜੋ ਭੁਗਤਾਨਸ਼ੁਦਾ ਕੰਟਰੈਕਟਾਂ ਵਾਸਤੇ ਕੰਮ ਕਰਦੀ ਹੈ। ਉਹ ਕਹਿੰਦੇ ਫਿਰ ਹੁਣ ਸਵਾਲ ਪੈਦਾ ਇਹ ਹੁੰਦਾ ਕਿ ਭਾਰਤੀ ਆਪਰੇਸ਼ਨ ਵਾਸਤੇ ਉਸ ਕੰਪਨੀ ਤੋਂ ਇਹ ਸੌਫਟਵੇਅਰ ਕਿਹਨੇ ਖਰੀਦਿਆ, ਪੈਸੇ ਉਹਨਾਂ ਨੂੰ ਕਿਹਨੇ ਦਿੱਤੇ? ਜੇਕਰ ਇਹ ਭਾਰਤ ਸਰਕਾਰ ਨੇ ਨਹੀਂ ਕੀਤਾ ਤਾਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਹੱਥ ਕੌਣ ਹੈ, ਕੌਣ ਜਸੂਸੀ ਕਰਵਾ ਰਿਹਾ ਹੈ। ਉਹ ਕਹਿੰਦੇ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਕਿਵੇਂ ਹੋਈ, ਕਿਹਨੇ ਕੀਤੀ, ਕਿਉਂ ਕੀਤੀ। ਵੇਖਦੇ ਹਾਂ ਜਦੋਂ ਆਪਣੀ ਪਾਰਟੀ ਦੇ ਸੰਸਦ ਮੈਂਬਰ ਇਸ ਤਰ੍ਹਾਂ ਦੇ ਸਵਾਲ ਚੁੱਕਣ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧੀ ਧਿਰਾਂ ਤਾਂ ਇਸ ਮਾਮਲੇ ਨੂੰ ਉਠਾ ਰਹੀਆਂ ਨੇ। ਸੱਚੀ ਮਾਮਲਾ ਬੜਾ ਸੰਜੀਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਹੋਰ ਹੰਗਾਮੇ ਅਤੇ ਇਹਦੀਆਂ ਕੁਝ ਡਿਟੇਲਸ ਹੋਰ ਸਾਹਮਣੇ ਆਉਣ ਦੀ ਜ਼ਰੂਰਤ ਹੈ। ਤੇ ਅਗਲੀ ਖਬਰ ਵੀ ਇਸ ਸੈਸ਼ਨ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ। ਹੁਣ ਤਾਂ ਲਗਭਗ 8 ਮਹੀਨੇ ਦਿੱਲੀ ਦੀ ਸਰਹੱਦ ਤੇ ਕਿਸਾਨਾਂ ਨੂੰ ਬੈਠਿਆਂ ਨੂੰ ਹੋਣ ਵਾਲੇ ਹੈ। ਸਰਕਾਰ ਨੇ 22 ਜਨਵਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਕੋਈ ਗੱਲ ਹੀ ਨਹੀਂ ਕੀਤੀ। ਸਵਾਲ ਪੁੱਛ ਲਿਆ ਗਿਆ ਕਿ ਦੱਸੋ ਭਾਈ। ਹੁਣ ਸਰਕਾਰ ਕਹਿੰਦੀ ਕਿ ਅਸੀਂ ਤਾਂ ਤਿਆਰ ਹਾਂ। ਤਾਂ ਸ਼ਾਇਦ ਤੁਹਾਨੂੰ ਚੇਤਾ ਹੋਣਾ ਹੈ ਕਿ ਪਿਛਲੇ ਸਾਲ ਸਤੰਬਰ ਦੇ ਮਹੀਨੇ ਤਿੰਨੇ ਖੇਤੀ ਸੰਬੰਧੀ ਕਾਨੂੰਨ ਸੰਸਦ ਦੇ ਵਿੱਚ ਪਾਸ ਕਰ ਦਿੱਤੇ ਗਏ ਸਨ, ਜਿਨ੍ਹਾਂ ਸੰਬੰਧੀ ਲਗਾਤਾਰ ਕਿਸਾਨ ਇਸ ਵਕਤ ਸੰਘਰਸ਼ ਕਰ ਰਹੇ ਨੇ, ਮੋਰਚੇ ਗੱਡੀ ਬੈਠੇ ਹੈ। ਹੁਣ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇੱਕ ਵਾਰ ਕੇਂਦਰ ਸਰਕਾਰ ਨੇ ਫਿਰ ਆਖਿਆ ਕਿ ਇਸ ਮਸਲੇ ਦੇ ਹੱਲ ਵਾਸਤੇ ਤਿਆਰ ਨੇ, ਕਿਸਾਨ ਯੂਨੀਅਨਾਂ ਗੱਲਬਾਤ ਵਾਸਤੇ ਤਿਆਰ ਹੋਣ। ਪਰ ਕਿਸਾਨ ਯੂਨੀਅਨ ਤਾਂ ਹਮੇਸ਼ਾ ਕਹਿੰਦੇ ਨੇ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ, ਪਰ ਸੰਸਦ ਦੇ ਵਿੱਚ ਤੋਮਰ ਸਾਹਿਬ ਨੇ ਕਿਹਾ ਕਿ ਅਸੀਂ ਤਿਆਰ ਹਾਂ। ਅਸਲ ਦੇ ਵਿੱਚ ਲੋਕ ਸਭਾ ਦੇ ਵਿੱਚ ਕਿਸਾਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ, ਮੁਜ਼ਾਹਰੇ ਚੱਲ ਰਹੇ ਨੇ, ਇਹਦੇ ਬਾਬਤ ਸਵਾਲ ਪੁੱਛੇ ਗਏ ਹੈ। ਸਵਾਲਾਂ ਦਾ ਲਿਖਤੀ ਜਵਾਬ ਦਿੱਤਾ ਹੈ ਨਰਿੰਦਰ ਸਿੰਘ ਤੋਮਰ ਹੋਰਾਂ ਨੇ, ਜਿਹੜੇ ਇਸ ਸੰਬੰਧਿਤ ਮੰਤਰਾਲੇ ਦੇ ਮੰਤਰੀ ਹੈ। ਉਹਨਾਂ ਨੇ ਕਿਹਾ ਕਿ ਰੋਸ ਪ੍ਰਗਟਾ ਰਹੀਆਂ ਕਿਸਾਨ ਯੂਨੀਅਨਾਂ ਦੇ ਨਾਲ ਸਰਕਾਰ 11 ਵਾਰ ਗੱਲਬਾਤ ਕਰ ਚੁੱਕੀ ਹੈ, 11 ਵਾਰ ਮੀਟਿੰਗਾਂ ਕਰ ਚੁੱਕੀ ਹੈ। ਉਹ ਕਹਿੰਦੇ ਅਸੀਂ ਸੰਵੇਦਨਸ਼ੀਲ ਤੇ ਭਖਵੀਂ ਗੱਲਬਾਤ ਵਾਸਤੇ ਅੱਜ ਵੀ ਤਿਆਰ ਹਾਂ। ਅਸੀਂ ਵੱਖ-ਵੱਖ ਜਿਹੜੀਆਂ ਮੁਲਾਕਾਤਾਂ ਕੀਤੀਆਂ, ਲਗਾਤਾਰ ਕਿਸਾਨ ਯੂਨੀਅਨਾਂ ਦੇ ਨਾਲ ਗੱਲਬਾਤ ਕੀਤੀ ਤੇ ਹੁਣ ਫਿਰ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਵਿਵਸਥਾ ਸੰਬੰਧੀ ਕਿਸਾਨਾਂ ਨੂੰ ਇਤਰਾਜ਼ ਹੈ ਤਾਂ ਉਸ ਨੂੰ ਦੂਰ ਕਰਨ ਲਈ ਪਹਿਲ ਕਰਨ। ਆਓ। ਉਹ ਕਹਿੰਦੇ ਪਰ ਉਹ ਕਹਿੰਦੇ ਕੀ ਨੇ? ਕਹਿੰਦੇ ਅਸੀਂ ਕਹਿੰਦੇ ਹਾਂ ਕਿ ਗੱਲਬਾਤ ਕਰੋ, ਪਰ ਆਪਣੀ ਆਹ ਜਿਹੜੀ ਮੰਗ ਹੈ ਕਿ ਲਕੀਰ ਮਾਰੋ, ਇਹ ਛੱਡੋ। ਕਹਿੰਦੇ ਦੂਸਰੇ ਪਾਸੇ ਕਿਸਾਨ ਯੂਨੀਅਨਾਂ ਨੇ
ਉਹ ਹਮੇਸ਼ਾ ਜਦੋਂ ਵੀ ਗੱਲਬਾਤ ਵਾਸਤੇ ਕਹਿੰਦੀਆਂ ਨੇ, ਉਹ ਕਹਿੰਦੇ ਨੇ ਕਿ ਕਾਨੂੰਨ ਵਾਪਸ ਲਓ, ਇਹਦੇ ਤੋਂ ਘੱਟ ਕੁਝ ਵੀ ਨਹੀਂ ਚਾਹੀਦਾ। ਉਹ ਕਹਿੰਦੇ ਸਰਕਾਰ ਗੱਲਬਾਤ ਵਾਸਤੇ ਤਿਆਰ ਹੈ, ਪਰ ਕਾਨੂੰਨ ਰੱਦ ਕਰਨ ਵਾਸਤੇ ਤਿਆਰ ਨਹੀਂ। ਮੁਜ਼ਾਹਰਾਕਾਰੀ ਕਿਸਾਨ ਹਮੇਸ਼ਾ ਕਹਿੰਦੇ ਆ ਕਿ ਅਸੀਂ ਵੀ ਗੱਲਬਾਤ ਵਾਸਤੇ ਤਿਆਰ ਹਾਂ, ਤੇ ਉਧਰ ਸਰਕਾਰ ਵੀ ਕਹੀ ਜਾਂਦੀ ਹੈ। ਨਾਲ ਉਹਨਾਂ ਨੇ ਇਹ ਆਖਿਆ ਕਿ ਅਸੀਂ ਕਿਸਾਨਾਂ ਨੂੰ ਆਖਿਆ ਸੀ, ਕਿਸਾਨ ਯੂਨੀਅਨ ਨੂੰ ਆਖਿਆ ਸੀ ਕਿ ਇੱਕ ਛੋਟਾ ਜਿਹਾ ਗਰੁੱਪ 5-7 ਬੰਦਿਆਂ ਦੀ ਇੱਕ ਕਮੇਟੀ ਬਣਾ ਲਓ, ਛੋਟਾ ਗਰੁੱਪ ਬਣਾ ਕੇ ਸਾਡੇ ਨਾਲ ਗੱਲਬਾਤ ਦੀ ਮੇਜ਼ ਤੇ ਆਓ। ਉਹ ਕਹਿੰਦੇ ਕਿਸਾਨ ਯੂਨੀਅਨਾਂ ਕਹਿੰਦੀਆਂ ਨੇ ਨਾ, ਆਵਾਂਗੇ ਤਾਂ ਸਾਰੀਆਂ ਜਥੇਬੰਦੀਆਂ ਦੇ ਮੈਂਬਰ ਆਵਾਂਗੇ, ਪਰ ਜਥੇਬੰਦੀਆਂ ਬੜੀਆਂ ਹੁਸ਼ਿਆਰ ਨੇ, ਚਤੰਨ ਨੇ, ਉਹਨਾਂ ਨੂੰ ਪਤਾ ਹੈ ਕਿ ਕੱਲ੍ਹ ਨੂੰ ਕਹਿਣਗੇ 5 ਬੰਦੇ ਖਰੀਦੇ ਗਏ। ਪਰ ਕਿਸਾਨ ਆਗੂਆਂ ਨੇ ਸਮੇਂ-ਸਮੇਂ ਤੇ ਜ਼ਰੂਰ ਕਹੀ ਹੈ ਗੱਲ ਕਿ ਆਵਾਂਗੇ ਸਾਰੇ, ਪਰ ਗੱਲ ਸਾਡੇ ਚੋਂ 5 ਹੀ ਕਰਨਗੇ। ਸੋ ਪਰ ਤੋਮਰ ਹੋਰਾਂ ਨੇ ਇਹ ਲਿਖਤੀ ਜਵਾਬ ਦਿੱਤਾ ਹੈ। ਉਹ ਕਹਿੰਦੇ ਕਾਨੂੰਨ ਦੀਆਂ ਜਿਹੜੀਆਂ ਮੱਦਾਂ ਨੇ ਜਾਂ ਸੰਬੰਧਿਤ ਹੋਰ ਮਾਮਲੇ ਨੇ ਕਿਸਾਨਾਂ ਦੇ ਨਾਲ, ਅਸੀਂ ਗੱਲਬਾਤ ਨਾਲ ਸੁਲਝਾਉਣਾ ਚਾਹੁੰਦੇ ਹਾਂ। ਕਿਸਾਨ ਯੂਨੀਅਨ ਇਹਦੇ ਵਾਸਤੇ ਸਹਿਮਤ ਨਹੀਂ। ਇਹ ਤਾਂ ਨਰਿੰਦਰ ਤੋਮਰ ਹੋਰਾਂ ਦਾ ਬਿਆਨ ਸੀ। ਨਾਲ ਹੀ ਤੋਮਰ ਹੋਰਾਂ ਨੇ ਸੰਸਦ ਨੂੰ ਇਹ ਵੀ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੇ ਚੱਲ ਰਹੇ ਮੁਜ਼ਾਹਰੇ ਨੇ, ਪ੍ਰਦਰਸ਼ਨ ਚੱਲ ਰਿਹਾ ਹੈ, ਉਹਦੇ ਵਿੱਚ ਕਿਸਾਨਾਂ ਦੀਆਂ ਮੌਤਾਂ ਵੀ ਹੋਈਆਂ ਨੇ, ਕਿਸਾਨ ਬਿਮਾਰ ਵੀ ਹੋਏ ਨੇ, ਪਰ ਸਰਕਾਰ ਕੋਲ ਉਹਦਾ ਰਿਕਾਰਡ ਕੋਈ ਨਹੀਂ। ਤੁਸੀਂ ਦੇਖੋ ਆਹ ਗੱਲ ਕਿੱਡੀ ਚਿੰਤਾਜਨਕ ਹੈ। ਜੇ ਸਰਕਾਰ ਕੋਲ ਰਿਕਾਰਡ ਨਹੀਂ ਤੇ ਫਿਰ ਰਿਕਾਰਡ ਕਿਹਦੇ ਕੋਲ ਹੋਊ? ਹਰ ਮੁਲਕ ਦੀ ਸਰਕਾਰ ਕੋਲ ਉੱਥੋਂ ਦੀ ਜਨਮ ਤੇ ਉੱਥੋਂ ਦੀ ਮੌਤ ਦੀ ਦਰ ਦਾ ਪਤਾ ਹੁੰਦਾ ਹੈ ਕਿ ਕਿੱਥੇ ਕਿਵੇਂ ਕਾਹਦੇ ਨਾਲ ਮੌਤਾਂ ਹੋਈਆਂ ਨੇ। ਪਰ ਸਦਨ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਸਾਨੂੰ ਕਿੰਨੇ ਕਿਸਾਨ ਬਿਮਾਰ ਹੋਏ, ਕਿੰਨਿਆਂ ਦੀਆਂ ਮੌਤਾਂ ਹੋ ਗਈਆਂ, ਸਾਨੂੰ ਕੋਈ ਨਹੀਂ ਪਤਾ। ਹੁਣ ਜੇ ਉਹਨਾਂ ਨੂੰ ਮੌਤਾਂ ਦਾ ਹੀ ਨਹੀਂ ਪਤਾ ਤਾਂ ਫਿਰ ਇਹਦਾ ਮਤਲਬ ਮੁਆਵਜ਼ਾ ਕਿੱਥੋਂ ਦੇਣਾ? ਇਸ ਮਸਲੇ ਤੇ ਵੀ ਉਹਨਾਂ ਨੇ ਜਵਾਬ ਦਿੱਤਾ ਹੈ। ਉਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਬੱਚੇ ਨੇ, ਬਜ਼ੁਰਗ ਨੇ, ਔਰਤਾਂ ਨੇ, ਉੱਤੋਂ ਦੀ ਕੋਵਿਡ ਚੱਲ ਰਿਹਾ ਹੈ, ਇਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ ਜਾਓ, ਪਰ ਕਹਿੰਦੇ ਕਿਸਾਨਾਂ ਨੇ ਇਹ ਗੱਲ ਮੰਨੀ ਨਹੀਂ। ਫਿਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਲ ਮੰਨਦੇ ਆ ਇਹ ਗੱਲ ਤਾਂ ਕੋਈ ਰਿਕਾਰਡ ਹੈ ਨਹੀਂ ਕਿ ਕਿੰਨੇ ਬਿਮਾਰ ਹੋਏ, ਕਿੰਨੀਆਂ ਦੀਆਂ ਮੌਤਾਂ ਹੋ ਗਈਆਂ, ਕਿ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਰਿਕਾਰਡ ਮਿਲ ਗਿਆ ਤਾਂ ਤੁਸੀਂ ਉਹਨਾਂ ਦੇ ਪਰਿਵਾਰਾਂ ਲਈ ਕੋਈ ਮੁਆਵਜ਼ਾ ਦਿਓਗੇ? ਤੋਮਰ ਸਾਹਿਬ ਕਹਿੰਦੇ ਸਰਕਾਰ ਦੀ ਇਸ ਤਰ੍ਹਾਂ ਦੀ ਕੋਈ ਤਜਵੀਜ਼ ਨਹੀਂ। ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਨੇ ਹਨਨ ਮੁੱਲਾ, ਉਹਨਾਂ ਨੇ ਤੋਮਰ ਦੇ ਬਿਆਨ ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਹ ਕਹਿੰਦੇ ਹੁਣ ਤੱਕ ਸੰਘਰਸ਼ ਦੇ ਵਿੱਚ ਲਗਭਗ 600 ਦੇ ਨੇੜੇ ਕਿਸਾਨਾਂ ਦੀ ਜਾਨ ਚਲੇ ਗਈ, ਜਾਨਾਂ ਕੁਰਬਾਨ ਕਰ ਚੁੱਕੇ ਹੈ, ਪਰ ਸਰਕਾਰ ਨੂੰ ਪਤਾ ਹੀ ਨਹੀਂ। ਉਹ ਕਹਿੰਦੇ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸਰਕਾਰ ਹੈ, ਸਰਕਾਰ ਕੋਲ ਕਿਸਾਨਾਂ ਦੀ ਮੌਤ ਦਾ ਕੋਈ ਰਿਕਾਰਡ ਨਹੀਂ। ਇਹਦੇ ਤੋਂ ਵੱਡੀ ਆਪਾਂ ਕੀ ਆਖ ਸਕਦੇ ਹਾਂ ਕਿ ਸਰਕਾਰ ਕਿਵੇਂ ਘੇਸਲ ਮਾਰੀ ਬੈਠੀ ਹੈ। ਉਹ ਕਹਿੰਦੇ ਲੱਗਦਾ ਹੈ ਕਿ ਇਹ ਸਰਕਾਰ ਭਾਰਤ ਦੇ ਲਗਭਗ 80 ਕਰੋੜ ਕਿਸਾਨਾਂ ਨੂੰ ਆਪਣਾ ਦੁਸ਼ਮਣ ਮੰਨ ਰਹੀ ਹੈ, ਜਿਸ ਤਰ੍ਹਾਂ ਦੀ ਉਹ ਬਿਆਨ ਦੇ ਰਹੀ ਹੈ। ਸੱਚਮੁੱਚ ਇਹ ਹੈਰਾਨੀਜਨਕ ਹੈ। ਮੈਂ ਇੱਕ ਤੁਹਾਨੂੰ ਹੋਰ ਯਾਦ ਕਰਵਾ ਦਾਂ, ਪਿਛਲੇ ਸੈਸ਼ਨ ਦੇ ਵਿੱਚ ਜਦੋਂ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਪੁੱਛਿਆ ਸੀ ਕਿ ਦੱਸਿਓ ਕਿ ਕਿੰਨੇ ਲੋਕ ਸੀ ਜਿਹੜੇ ਕੋਵਿਡ ਦੀ ਪਹਿਲੀ ਲਹਿਰ ਦੇ ਦੌਰਾਨ ਆਪੋ ਆਪਣੇ ਘਰਾਂ ਨੂੰ ਗਏ, ਰਸਤੇ ਵਿੱਚ ਕਿੰਨਿਆਂ ਦੀਆਂ ਮੌਤਾਂ ਹੋਈਆਂ। ਸਰਕਾਰ ਕਹਿੰਦੀ ਸਾਡੇ ਕੋਲ ਕੋਈ ਅੰਕੜਾ ਨਹੀਂ, ਨਾ ਮੌਤਾਂ ਦਾ ਨਾ ਵਾਪਸ ਆਉਣ ਵਾਲਿਆਂ ਦਾ, ਪਰ ਸਾਡੇ ਕੋਲ ਇੱਕ ਅੰਕੜਾ ਹੈ। ਉਹ ਅੰਕੜਾ ਇਹ ਵਾਹ ਵਾਲਾ ਕਿ ਅਸੀਂ ਰਾਸ਼ਨ ਕਿੰਨਿਆਂ ਨੂੰ ਦਿੱਤਾ। ਅਗਲੀ ਜਿਹੜੀ ਖਬਰ ਹੈ ਇਹ ਬੇਅਦਬੀ ਕਾਂਡ ਨਾਲ ਸੰਬੰਧਿਤ ਖਬਰ ਹੈ। ਅਸਲ ਦੇ ਵਿੱਚ ਸਿੱਟ ਨੇ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ 8 ਡੇਰਾ ਪ੍ਰੇਮੀਆਂ ਦੇ ਖਿਲਾਫ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਡੇਰਾ ਪ੍ਰੇਮੀਆਂ ਤੇ ਦੋਸ਼ ਨੇ ਕਿ ਉਹਨਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ 24 ਸਤੰਬਰ ਤੇ 2015 ਨੂੰ ਪਿੰਡ ਬਰਗਾੜੀ ਦੇ ਵਿੱਚ ਇਤਰਾਜ਼ਯੋਗ ਪੋਸਟਰ ਲਾਏ, ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਾਬਤ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ। ਜਾਂਚ ਟੀਮ ਨੇ ਡੇਰਾ ਪ੍ਰੇਮੀ, ਜਿਨ੍ਹਾਂ ਦੇ ਵਿੱਚ ਸੁਖਜਿੰਦਰ ਸਿੰਘ ਹੈ, ਸ਼ਕਤੀ ਸਿੰਘ ਹੈ, ਰਣਜੀਤ ਸਿੰਘ ਹੈ, ਬਲਜੀਤ ਸਿੰਘ ਹੈ, ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ, ਇਹਨਾਂ ਦੇ ਖਿਲਾਫ ਚਲਾਨ ਪੇਸ਼ ਕੀਤਾ ਹੈ। ਜਾਂਚ ਟੀਮ ਨੇ ਡੇਰਾ ਪ੍ਰੇਮੀ ਸੱਚਾ ਸੌਦਾ ਦੇ ਪ੍ਰਮੁੱਖ ਆਗੂ ਮਹਿੰਦਰਪਾਲ ਬਿੱਟੂ ਦੇ ਖਿਲਾਫ ਵੀ ਚਲਾਨ ਪੇਸ਼ ਕੀਤਾ ਹੈ। ਹਾਲਾਂਕਿ ਇੱਥੇ ਦੱਸਣਾ ਬਣਦਾ ਹੈ ਕਿ ਮਹਿੰਦਰਪਾਲ ਬਿੱਟੂ ਦਾ ਲਗਭਗ 3 ਸਾਲ ਪਹਿਲਾਂ ਨਾਭਾ ਦੀ ਜੇਲ੍ਹ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ, ਪਰ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਹਾਲੇ ਤੱਕ ਪੁਲਿਸ ਵੱਲੋਂ ਜਾਂ ਸਿੱਟ ਵੱਲੋਂ ਗ੍ਰਿਫਤਾਰ ਨਹੀਂ ਕੀਤੇ ਜਾ ਸਕੇ। ਇਹਨਾਂ ਦੇ ਖਿਲਾਫ ਅਦਾਲਤ ਨੇ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਹਦੇ ਤੋਂ ਪਹਿਲਾਂ ਇਹ ਵੀ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੋਸਟਰ ਦੀ ਲਿਖਾਈ ਦੇ ਬਾਬਤ ਸਿੱਟ ਫੇਰ ਉਹਦਾ ਮਿਲਾਨ ਕਰਨਾ ਚਾਹੁੰਦੀ ਸੀ,
ਉਹ ਪਟੀਸ਼ਨ ਰੱਦ ਕਰ ਦਿੱਤੀ ਸੀ ਕਿ ਇੱਕ ਵਾਰ CBI ਇਹਦਾ ਮਿਲਾਨ ਕਰ ਚੁੱਕੀ ਹੈ। ਹੁਣ ਚਲਾਨ ਪੇਸ਼ ਹੋਣ ਤੋਂ ਬਾਅਦ ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਤਰਜਨੀ ਨੇ ਇਸ ਮਾਮਲੇ ਦੀ ਸੁਣਵਾਈ ਹੁਣ 3 ਅਗਸਤ ਤੱਕ ਅੱਗੇ ਪਾ ਦਿੱਤੀ ਹੈ ਅਤੇ ਨਾਲ ਹੀ ਜੇਲ੍ਹ ਨੂੰ ਵੀ ਉਹਨਾਂ ਨੇ ਆਦੇਸ਼ ਦਿੱਤਾ ਹੈ ਕਿ ਇਹਨਾਂ ਸਾਰੇ ਮੁਲਜ਼ਮਾਂ ਨੂੰ ਉਸ ਦਿਨ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਖਬਰ ਮਿਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਬੇਅਦਬੀ ਮਾਮਲੇ ਦੇ ਵਿੱਚ ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਨੇ 4 ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਤੇ ਰਿਹਾ ਕਰਨ ਦੇ ਵੀ ਹੁਕਮ ਦਿੱਤੇ ਹੈ। ਸਿੱਟ ਨੇ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ ਤੇ ਬਲਜੀਤ ਸਿੰਘ ਨੂੰ 16 ਮਈ ਨੂੰ ਅਸਲ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਜਾਂਚ ਟੀਮ ਇਹਨਾਂ ਡੇਰਾ ਪ੍ਰੇਮੀਆਂ ਦੇ ਖਿਲਾਫ ਅਦਾਲਤ ਦੇ ਵਿੱਚ ਚਲਾਨ ਵੀ ਪੇਸ਼ ਕਰ ਚੁੱਕੀ ਹੈ। ਐਡਵੋਕੇਟ ਵਿਨੋਦ ਕੁਮਾਰ ਮੌਂਗਾ ਨੇ ਅਦਾਲਤ ਨੂੰ ਦੱਸਿਆ ਕਿ ਇਹਨਾਂ ਬੇਅਦਬੀ ਘਟਨਾ ਨਾਲ ਆ ਸਾਰੇ ਬੰਦਿਆਂ ਦਾ ਕੋਈ ਸੰਬੰਧ ਨਹੀਂ ਹੈ। ਇਹਨਾਂ ਨੂੰ ਸਿਆਸੀ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ। ਸਿੱਟ ਨੇ ਜ਼ਮਾਨਤ ਦਾ ਵਿਰੋਧ ਵੀ ਕੀਤਾ। ਵਿਰੋਧ ਕਰਦਿਆਂ ਸਿੱਟ ਨੇ ਆਖਿਆ ਕਿ ਜਿਹੜਾ ਡੇਰਾ ਪ੍ਰੇਮੀ ਛੱਡ ਦਿੱਤੇ ਗਏ, ਰਿਹਾ ਕਰ ਦਿੱਤੇ ਗਏ, ਜ਼ਮਾਨਤ ਦੇ ਦਿੱਤੀ ਗਈ ਤਾਂ ਇਹ ਇੱਥੋਂ ਬਾਹਰ ਜਾ ਕੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਹੈ। ਅਦਾਲਤ ਨੇ ਡੇਰਾ ਪ੍ਰੇਮੀ ਨੂੰ ਕੁਝ ਸ਼ਰਤਾਂ ਦੇ ਤਹਿਤ ਜ਼ਮਾਨਤ ਦੇ ਦਿੱਤੀ ਹੈ। ਦੱਸਣਾ ਬਣਦਾ ਕਿ 12 ਅਕਤੂਬਰ ਤੇ 2015 ਦਾ ਦਿਨ ਸੀ ਜਦੋਂ ਪਿੰਡ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲਗਭਗ 150 ਫਟੇ ਹੋਏ ਅੰਗ ਪ੍ਰਾਪਤ ਕੀਤੇ ਗਏ ਸਨ। ਉਸ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ। ਇੱਕ ਚਲਾਨ ਨਵਾਂ ਪੇਸ਼ ਕੀਤਾ ਗਿਆ ਹੈ ਅਤੇ 4 ਡੇਰਾ ਪ੍ਰੇਮੀ ਦੱਸੇ ਜਾ ਰਿਹਾ ਕਿ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਅਗਲੀ ਜਿਹੜੀ ਖਬਰ ਹੈ ਉਹ ਪੰਜਾਬ ਕਾਂਗਰਸ ਜਾਂ ਪੰਜਾਬ ਸਿਆਸਤ ਦੇ ਨਾਲ ਸੰਬੰਧਿਤ ਖਬਰ ਹੈ। ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਖਬਰ ਮੈਂ ਤੁਹਾਡੇ ਨਾਲ ਹੁਣੀ ਸਾਂਝੀ ਕਰਕੇ ਹਟਿਆ, ਜਦੋਂ ਸਿੱਟ ਖਾਰਜ ਕੀਤੀ ਸੀ ਕੁੰਵਰ ਵਿਜੇ ਪ੍ਰਤਾਪ ਵਾਲੀ, ਉਹਦੇ ਤੋਂ ਬਾਅਦ ਕਾਫੀ ਐਕਟਿਵ ਹੋ ਗਏ ਸੀ। ਉਹਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਵਿੰਨ ਕੇ ਮਾਰਦੇ ਰਹੇ ਸੀ। ਪਰ ਹੁਣ ਨਵਜੋਤ ਸਿੱਧੂ ਦੇ ਵਾਸਤੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਤੇ ਵੱਡੀ ਪਰਖ ਦੀ ਘੜੀ ਆ ਗਈ ਹੈ। ਨਵੇਂ ਪ੍ਰਧਾਨ ਬਣੇ ਨੇ। ਨਵਜੋਤ ਸਿੱਧੂ ਦੇ ਵੱਲੋਂ ਰਸਮੀ ਤੌਰ ਤੇ ਪ੍ਰਧਾਨਗੀ ਦਾ ਅਹੁਦਾ ਵੀ ਸੰਭਾਲ ਲਿਆ ਗਿਆ, ਪਰ ਪਰਖ ਦੀ ਘੜੀ ਵੀ ਨਾਲ ਹੀ ਆ ਗਈ ਹੈ। ਕਾਂਗਰਸ ਨੇ ਸਿਆਸੀ ਆਗੂਆਂ, ਪੱਤਰਕਾਰਾਂ ਦੇ ਸਮੇਤ ਅਹਿਮ ਵਿਅਕਤੀਆਂ ਤੇ ਜਿਹੜੀ ਅੱਜ ਦੀ ਖਬਰ ਦੇ ਨਾਲ ਮੈਂ ਸ਼ੁਰੂਆਤ ਕੀਤਾ ਸੀ, ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਾਸੂਸੀ ਵਾਲਾ ਮਾਮਲਾ, ਉਸ ਮਾਮਲੇ ਨੂੰ ਆਧਾਰ ਬਣਾ ਕੇ ਜਾਸੂਸੀ ਕਰਨ ਦੇ ਮੁੱਦੇ ਤੇ 22 ਜੁਲਾਈ ਨੂੰ ਦੇਸ਼ ਵਿਆਪੀ ਅੰਦੋਲਨ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਸਾਰੀ ਰਾਜਾਂ ਦੇ ਜਿੰਨੇ ਵੀ ਕਾਂਗਰਸ ਪ੍ਰਧਾਨ ਨੇ ਰਾਜ ਭਵਨ ਵੱਲ ਰੋਸ ਮਾਰਚ ਕਰਨ ਦੇ ਉਹਨਾਂ ਨੂੰ ਹੁਕਮ ਦਿੱਤੇ ਨੇ। ਪਾਰਟੀ ਦੇ ਵਿਧਾਇਕਾਂ ਨੂੰ, ਆਗੂਆਂ ਨੂੰ ਹਰ ਹਾਲਤ ਵਿੱਚ ਹਾਜ਼ਰੀ ਭਰਨ ਦੇ ਨਾਲ ਹੁਕਮ ਵੀ ਚਾੜੇ ਨੇ। ਹੁਣ ਪਾਰਟੀ ਦੇ ਜਨਰਲ ਸਕੱਤਰ ਨੇ KC ਵੇਣੂਗੋਪਾਲ, ਜਿਨ੍ਹਾਂ ਦੇ ਲੈਟਰ ਆਇਆ ਸੀ, ਜਿਨ੍ਹਾਂ ਦੀ ਚਿੱਠੀ ਆਈ ਸੀ, ਜਿਹਦੇ ਤੇ ਤਸਦੀਕ ਕੀਤਾ ਗਿਆ ਸੀ ਕਿ ਭਾਈ 4 ਕਾਰਜਕਾਰੀ ਪ੍ਰਧਾਨ ਤੇ 1 ਨਵਜੋਤ ਸਿੰਘ ਸਿੱਧੂ, ਉਹ ਵੀ KC ਵੇਣੂਗੋਪਾਲ ਦੀ ਚਿੱਠੀ ਸੀ। ਆਹ ਚਿੱਠੀ ਵੀ KC ਵੇਣੂਗੋਪਾਲ ਦੀ ਹੈ। ਉਹਨਾਂ ਨੇ ਸਾਰੇ ਰਾਜਾਂ ਦੇ ਕਾਂਗਰਸ ਪ੍ਰਧਾਨਾਂ ਨੂੰ ਇੱਕ ਚਿੱਠੀ ਜਾਰੀ ਕੀਤੀ ਹੈ ਅਤੇ ਪੱਤਰ ਦੇ ਵਿੱਚ ਇਹ ਸਪਸ਼ਟ ਕੀਤਾ ਕਿ ਪਾਰਟੀ ਹਾਈ ਕਮਾਨ ਨੇ ਰਾਜਸੀ ਆਗੂਆਂ, ਪੱਤਰਕਾਰਾਂ ਤੇ ਹੋਰ ਮਾਰਮੱਤੀਆਂ ਸ਼ਖਸੀਅਤਾਂ ਦੇ ਜਿਨ੍ਹਾਂ ਦੇ ਫੋਨ ਰਿਕਾਰਡ ਕੀਤੇ ਗਏ ਨੇ ਉਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ। ਸੁਪਰੀਮ ਕੋਰਟ ਤੋਂ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਕੜੀ ਦੇ ਤਹਿਤ ਰਾਜ ਭਵਨ ਵੱਲ ਮਾਰਚ ਕੀਤੇ ਜਾਣਗੇ। ਹੁਣ ਜਦੋਂ ਇੱਥੇ ਜਿਹੜੀ ਸਭ ਤੋਂ ਗੱਲ ਅਹਿਮ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਇਹ ਜਨਤਕ ਤੌਰ ਤੇ ਆਖ ਚੁੱਕਿਆ ਕਿ ਜਿੰਨੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਮੁਆਫੀ ਨਹੀਂ ਮੰਗਦੇ ਉਨੀ ਦੇਰ ਤੱਕ ਭਾਈ ਉਹਦੇ ਨਾਲ ਮੁਲਾਕਾਤ ਕੋਈ ਨਹੀਂ ਹੋ ਸਕਦੀ। ਤੇ ਨਾਲ ਦੂਸਰੇ ਪਾਸੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨੇ ਬ੍ਰਹਮ ਮਹਿੰਦਰਾ, ਤੇ ਇਹ ਵਿਭਾਗ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲ ਵੀ ਹੁੰਦਾ ਸੀ, ਉਹ ਵੀ ਆਖ ਚੁੱਕਿਆ ਹੈ ਕਿ ਜਿੰਨੀ ਦੇਰ ਤੱਕ ਮੁੱਖ ਮੰਤਰੀ ਨਾਲ ਉਹ ਆਪਣੇ ਮਤਭੇਦ ਖਤਮ ਨਹੀਂ ਕੀਤੇ ਜਾਂਦੇ ਉਨੀ ਦੇਰ ਤੱਕ ਮੈਂ ਵੀ ਨਿੱਜੀ ਮੁਲਾਕਾਤ ਨਹੀਂ ਕਰਾਂਗਾ। ਹੁਣ ਸਿੱਧੂ ਨੂੰ ਆਪਣੀ ਤਾਕਤ ਦਿਖਾਉਣੀ ਪੈਣੀ ਹੈ। ਭਾਵੇਂ ਸਿੱਧੂ ਨੇ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ, ਅਹੁਦਾ ਸੰਭਾਲਣ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਮੰਤਰੀਆਂ ਨਾਲ, ਵਿਧਾਇਕਾਂ ਨਾਲ, ਹੋਰ ਆਗੂਆਂ ਨਾਲ ਮੁਲਾਕਾਤ ਕਰ ਰਹੇ ਨੇ, ਉਹਨਾਂ ਨੂੰ ਆਪਣੇ ਨਾਲ ਤੋਰਨ, ਉਹਨਾਂ ਨੂੰ ਮਨਾਉਣ, ਉਹਦੇ ਵਿੱਚੋਂ ਲੱਗੇ ਹੋਏ ਨੇ। ਪਰ ਹੁਣ ਆਹ ਜਿਹੜੀ ਮੁਹਿੰਮ ਚੱਲ ਰਹੀ ਹੈ, ਆਹ ਵੀਰਵਾਰ ਨੂੰ ਸ਼ਕਤੀ ਪ੍ਰਦਰਸ਼ਨ ਕਰਨਾ ਹੈ, ਸਾਰਿਆਂ ਦੀ ਮਦਦ ਲੈਣੀ ਨਵਜੋਤ ਸਿੰਘ ਸਿੱਧੂ ਦੇ ਵਾਸਤੇ ਸੁਖਾਲੀ ਨਹੀਂ ਹੋਣੀ। ਜੇ ਆਪਾਂ ਆਖੀਏ ਕਿ ਹਾਈ ਕਮਾਨ ਦੀ ਚਿੱਠੀ ਆ ਗਈ ਕਿ ਸਾਰੇ ਆਗੂ ਜਾਣ, ਸਾਰੇ MLA ਜਾਣ, ਜਦ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਥਾਪਤਾ, ਕਈ ਤਾਂ ਹਾਲੇ ਵੀ ਨਹੀਂ ਮੰਨ ਰਹੇ, ਫਿਰ ਉਹ ਇਸ ਚਿੱਠੀ ਨੂੰ ਕਿਵੇਂ ਮੰਨਣਗੇ? ਜੇ ਉਹ ਜਾਣਗੇ ਉਹਨਾਂ ਨੂੰ ਲੱਗੂਗਾ ਨਵਜੋਤ ਸਿੰਘ ਸਿੱਧੂ ਤਾਕਤਵਰ ਹੋ ਗਿਆ। ਇਹਦੇ ਤੇ ਨਾਲ ਇੱਕ ਹੋਰ ਵੱਡੀ ਗੱਲ ਸਾਹਮਣੇ ਆ ਗਈ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਕੱਲ੍ਹ ਤੋਂ ਹੀ ਧਾਰਾ 144 ਲਾਗੂ ਕਰ ਦਿੱਤੀ ਹੈ। ਕਿਸੇ ਵੀ ਤਰ੍ਹਾਂ ਦੇ ਧਰਨੇ, ਮੁਜ਼ਾਹਰੇ ਕਰਨ ਲਈ
ਸੈਕਟਰ 25 ਮੈਦਾਨ ਵਿੱਚ ਆਗਿਆ ਦਿੱਤੀ ਹੈ। ਇਸ ਤਰ੍ਹਾਂ ਪ੍ਰਦਰਸ਼ਨਕਾਰੀਆਂ ਦਾ ਰਾਜ ਭਵਨ ਤੱਕ ਪੁੱਜਣਾ ਸੁਖਾਲਾ ਨਹੀਂ ਹੋਏਗਾ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਨਵਜੋਤ ਸਿੰਘ ਸਿੱਧੂ ਪਹਿਲੀ ਵਾਰੀ ਆ ਪ੍ਰੀਖਿਆ ਦੇਣ ਜਾ ਰਹੇ ਨੇ। ਕਿੱਡਾ ਕੁ ਵੱਡਾ ਰੋਸ ਪ੍ਰਦਰਸ਼ਨ ਕਰ ਲੈਣਗੇ, ਕਿੰਨਾ ਕੁ ਵੱਡਾ ਸ਼ਕਤੀ ਪ੍ਰਦਰਸ਼ਨ ਕਰ ਲੈਣਗੇ। ਕੀ ਪੰਜਾਬ ਦੇ ਸਾਰੇ ਵਜ਼ੀਰਾਂ ਨੂੰ, ਸਾਰੇ ਵਿਧਾਇਕਾਂ ਨੂੰ, ਸਾਰੇ ਸੰਸਦਾਂ ਨੂੰ, ਵੱਡੇ ਛੋਟੇ ਲੀਡਰਾਂ ਨੂੰ ਆ 22 ਤਰੀਕ ਨੂੰ ਆਪਣੇ ਨਾਲ ਤੋੜ ਲੈਣਗੇ। ਉੱਥੋਂ ਪਤਾ ਲੱਗ ਜਾਣਾ ਹੈ ਕਿ ਕਿਹਨੇ ਕਿਹਨੇ ਸਿੱਧੂ ਨੂੰ ਪ੍ਰਧਾਨ ਮੰਨ ਲਿਆ ਤੇ ਕਿਹੜੇ ਕਿਹੜੇ ਹਾਲੇ ਵੀ ਕੈਪਟਨ ਵਾਲੇ ਪਾਸੇ ਖੜੇ ਆ। ਹੁਣ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ ਕਿ ਸਿੱਧੂ ਤੋਂ ਬਾਅਦ ਜਿਵੇਂ ਸਿੱਧੂ ਟਵੀਟ ਪਾ ਕੇ ਕੋਈ ਨਾ ਕੋਈ ਪੰਗਾ ਖੜਾ ਕਰਦਾ ਰਿਹਾ, ਹੁਣ ਲਗਭਗ ਕੈਪਟਨ ਅਮਰਿੰਦਰ ਸਿੰਘ ਉਸੇ ਰਾਹ ਤੇ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਰਅਸਲ ਉਹਨਾਂ ਸਾਰੀਆਂ ਰਿਪੋਰਟਾਂ ਨੂੰ ਗਲਤ ਦੱਸਿਆ ਜਿਨ੍ਹਾਂ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਸਿੱਧੂ ਨੇ ਉਹਨਾਂ ਦੇ ਨਾਲ ਮੁਲਾਕਾਤ ਲਈ ਸਮੇਂ ਦੀ ਮੰਗ ਕੀਤੀ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਨੇ ਉਹਨਾਂ ਨੂੰ ਮਿਲਣ ਵਾਸਤੇ ਕੋਈ ਸਮਾਂ ਨਹੀਂ ਮੰਗਿਆ। ਕੈਪਟਨ ਨੇ ਇਹ ਵੀ ਆਖਿਆ ਕਿ ਉਹ ਉਸ ਸਮੇਂ ਤੱਕ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਵੀ ਨਹੀਂ ਕਰਨਗੇ ਜਦੋਂ ਤੱਕ ਉਹ ਆਪਣੇ ਟਵੀਟ ਜਿਹੜੇ ਕੀਤੇ ਆ ਜਿਨ੍ਹਾਂ 'ਚ ਨਿਸ਼ਾਨੇ ਵਿੰਨੇ ਆ ਉਹਨਾਂ ਲਈ ਜਨਤਕ ਤੌਰ ਤੇ ਮੁਆਫੀ ਨਹੀਂ ਮੰਗ ਲੈਂਦੇ। ਹਾਲਾਂਕਿ ਮੈਂ ਦੱਸ ਦਿਆਂ, ਜਿਸ ਦਿਨ ਅਸੀਂ ਜਾਂ ਸਾਰੇ ਮੀਡੀਆ ਨੇ ਇਹ ਖਬਰਾਂ ਨਸ਼ਰ ਕੀਤੀਆਂ ਸੀ ਕਿ ਆਹ ਭਾਈ ਆਖਿਆ, ਆ ਮੀਡੀਆ ਸਲਾਹਕਾਰੀ ਸੀ ਕੈਪਟਨ ਅਮਰਿੰਦਰ ਸਿੰਘ ਦੇ, ਉਹ ਕਹਿੰਦੇ ਇਸ ਤਾਂ ਆਖਿਆ ਹੀ ਨਹੀਂ, ਆ ਹੁਣ ਆਪ ਟਵੀਟ ਕਰਦੇ ਆ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਰਵੀਨ ਠੁਕਰਾਲ, ਉਹਨਾਂ ਨੇ ਕੱਲ ਦੇਰ ਸ਼ਾਮ ਇੱਕ ਟਵੀਟ ਕੀਤਾ। ਟਵੀਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਕਿ ਸਿੱਧੂ ਵੱਲੋਂ ਕੈਪਟਨ ਨੂੰ ਮਿਲਣ ਵਾਸਤੇ ਕਿਸੇ ਸਮੇਂ ਦੀ ਮੰਗ ਨਹੀਂ ਕੀਤੀ ਗਈ ਤੇ ਇਹ ਖਬਰਾਂ ਨਿਰ ਆਧਾਰ ਨੇ ਕਿ ਉਹ ਸਮਾਂ ਮੰਗ ਰਹੇ ਨੇ। ਤੇ ਇੱਕ ਵਾਰ ਮੁੜ 3 ਫੇਰ ਸੀਨੀਅਰ ਕੈਬਨਿਟ ਮੰਤਰੀਆਂ ਜਿਨ੍ਹਾਂ ਵਿੱਚ ਬ੍ਰਹਮ ਮਹਿੰਦਰਾ ਵੀ ਨੇ, OP ਸੋਨੀ ਨੇ ਤੇ ਵਿਜੇ ਇੰਦਰ ਸਿੰਗਲਾ ਨੇ, ਉਹਨਾਂ ਨੇ ਕੈਪਟਨ ਦੇ ਨਾਲ ਮੁਲਾਕਾਤ ਕੀਤੀ। ਦੱਸਣਾ ਬਣਦਾ ਕਿ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਹਾਲੇ ਤੱਕ ਕੈਪਟਨ ਨੂੰ ਮਿਲੇ ਨਹੀਂ, ਨਾ ਕੈਪਟਨ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ। ਉਹ ਲਗਭਗ ਬੀਤੇ 4 ਦਿਨਾਂ ਤੋਂ ਲਗਾਤਾਰ ਵੱਖੋ ਵੱਖ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕਰਦੇ ਰਹੇ ਨੇ, ਪਰ ਕੈਪਟਨ ਨੇ ਨਾ ਵਧਾਈਆਂ ਤੇ ਨਾ ਦੋਵਾਂ ਦੀ ਆਪਸੀ ਮੁਲਾਕਾਤ। ਤੇ ਦੂਸਰੇ ਪਾਸੇ ਕੈਬਨਿਟ ਮਿਨਿਸਟਰ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਨੇ ਕੈਪਟਨ ਨੂੰ ਅਪੀਲ ਕੀਤੀ ਸੀ ਕਿ ਉਹ ਵੱਡਾ ਦਿਲ ਦਿਖਾਉਣ, ਸਿੱਧੂ ਵੱਲੋਂ ਕੀਤੇ ਟਵੀਟ ਭੁੱਲ ਜਾਣ। ਜਿਵੇਂ ਕਹਿੰਦੇ ਸੁਖਪਾਲ ਖਹਿਰਾ ਨੇ ਵੀ ਤਾਂ ਟਵੀਟ ਕੀਤੇ ਹੀ ਸੀ, ਸੁਖਪਾਲ ਖਹਿਰਾ ਵੀ ਬਾਂਹ ਕੱਢ ਕੱਢ ਲੜਿਆ ਹੀ ਸੀ, ਉਹਨੂੰ ਵੀ ਤਾਂ ਕਹਿੰਦੇ ਮਾਫ ਕੀਤਾ ਹੀ ਹੈ, ਉਹਨੂੰ ਪਾਰਟੀ ਵਿੱਚ ਰਲਾਈ ਲਿਆ। ਉਹ ਕਹਿੰਦੇ ਖਹਿਰਾ ਵਾਂਗ ਕੋਈ ਨਿੱਜੀ ਹਮਲਾ ਤਾਂ ਨਹੀਂ ਨਾ ਕੀਤਾ। ਉੱਥੇ ਦੂਸਰੇ ਪਾਸੇ ਸੁਖ ਸਰਕਾਰੀਆ ਨੇ, ਉਹਨਾਂ ਨੇ ਵੀ ਆਖਿਆ ਕਿ ਜਦੋਂ ਕੈਪਟਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਮਾਫ ਕਰ ਦਿੱਤਾ, ਉਹਦੇ ਨਾਲ ਖਾਣੇ ਖਾਧੇ ਜਾ ਰਹੇ ਨੇ, ਪਿਆਲੇ ਸਾਂਝੇ ਕੀਤੇ ਜਾ ਰਹੇ ਨੇ, ਤਾਂ ਸਿੱਧੂ ਦੇ ਮਾਮਲੇ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਜਿਗਰਾ, ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਪਰ ਦੂਸਰੇ ਪਾਸੇ ਬ੍ਰਹਮ ਮਹਿੰਦਰਾ ਨੇ ਇੱਕ ਤੀਰ ਛੱਡਿਆ। ਬ੍ਰਹਮ ਮਹਿੰਦਰਾ ਦੇ ਛੱਡੇ ਤੀਰ ਤੋਂ ਸੰਕੇਤ ਮਿਲਦੇ ਆ ਕਿ ਅਮਰਿੰਦਰ ਤੇ ਨਵਜੋਤ ਦੇ ਦਰਮਿਆਨ ਰੇੜਕਾ ਰਫੜ ਪਹਿਲਾਂ ਵਾਂਗ ਜਾਰੀ ਹੈ। ਬ੍ਰਹਮ ਮਹਿੰਦਰਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜਿੰਨੀ ਦੇਰ ਤੱਕ ਸਿੱਧੂ ਕੈਪਟਨ ਨਾਲ ਆਪਣਾ ਮਸਲਾ ਨਿਪਟਾ ਨਹੀਂ ਲੈਂਦੇ, ਸੁਲਝਾ ਨਹੀਂ ਲੈਂਦੇ, ਉਨੀ ਦੇਰ ਤੱਕ ਨਿੱਜੀ ਤੌਰ ਤੇ ਉਹ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ। ਤੇ ਦੂਸਰੇ ਪਾਸੇ ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਇਹ ਸਾਰੇ ਉਹ ਮਾਝੇ ਵਾਲੇ ਕਿਲੇ ਨੂੰ ਫਤਿਹ ਕਰਨ ਲੱਗੇ ਹੋਏ ਨੇ। ਸੁਖ ਸਰਕਾਰੀਆ ਵੀ ਉਹਨਾਂ 'ਚ ਨੇ, ਇਹਨਾਂ ਨੇ ਆਪਣੇ ਵਕਾਰ ਦਾ ਸਵਾਲ ਬਣਾਇਆ ਹੋਇਆ। ਤੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੈਪਟਨ ਕਾਂਗਰਸ ਵਿਧਾਇਕ ਦਲ ਦੇ ਲੀਡਰ ਵੀ ਨੇ, ਉਹ ਪਾਰਟੀ ਪ੍ਰਤੀ ਵਫਾਦਾਰ ਨੇ, ਆਪਣੇ ਫਰਜ਼ ਨਾਲ ਬੱਝੇ ਹੋਏ ਨੇ, ਕਿਉਂਕਿ ਉਹ ਕਹਿੰਦੇ ਮੁੱਖ ਮੰਤਰੀ ਹੋਣ ਦੇ ਨਾਤੇ ਕੈਬਨਿਟ ਦੇ ਵੀ ਮੁਖੀ ਨੇ, ਜਿਹਦਾ ਮੈਂ ਕਹਿੰਦੇ ਹਿੱਸਾ ਹਾਂ। ਇਸ ਕਰਕੇ ਸਾਡੀ ਸਮੂਹਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੈਪਟਨ ਦਾ ਸਾਥ ਦਈਏ। ਸੂਤਰ ਇਹ ਵੀ ਦੱਸਦੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਕੁਝ ਖਾਸ ਬੰਦੇ ਇਸ ਤਰ੍ਹਾਂ ਦਾ ਕੁਝ ਹੋਰ ਪੈਂਤੜਾ ਵੀ ਚੱਲ ਸਕਦੇ ਨੇ। ਪਰ ਉਧਰ 22 ਤਰੀਕ ਵਾਲਾ ਸਿੱਧੂ ਦਾ ਇਮਤਿਹਾਨ ਵੀ ਨੇੜੇ ਆ ਰਿਹਾ। ਪਰ ਅਹਿਮ ਜਾਣਕਾਰੀ ਅਨੁਸਾਰ ਇਹ ਵੀ ਹੈ ਕਿ ਸਿੱਧੂ ਜਿਹੜੀ ਅਗਲੀ ਚੋਣ ਪਟਿਆਲਾ ਦਿਹਾਤੀ ਤੋਂ ਲੜਨ ਦੀ ਇੱਛਾ ਰੱਖਦੇ ਆ। ਬ੍ਰਹਮ ਮਹਿੰਦਰਾ ਤਾਂ ਬੋਲਣਗੇ, ਬ੍ਰਹਮ ਮਹਿੰਦਰਾ ਦਾ ਲੜਕਾ ਵੀ ਉੱਥੋਂ ਚੋਣ ਲੜਨ ਦੀਆਂ ਤਿਆਰੀਆਂ ਕਰ ਰਿਹਾ ਹੈ। ਸੋ ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਕੈਪਟਨ ਵਾਲੇ ਪਾਸੇ ਰਹਾਂ ਤਾਂ ਸ਼ਾਇਦ ਤਾਂ ਠੀਕ ਹੋ ਸਕਦਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੱਚਮੁੱਚ ਸਾਰਿਆਂ ਨੂੰ ਸਿੱਧੂ ਨਾਲ ਲੈ ਕੇ ਤੁਰੂ? ਕੀ ਕੈਪਟਨ ਧੜਾ ਨਾਲ ਰਲੂ? ਜਾਂ ਫਿਰ ਕੈਪਟਨ ਕਿਤੇ ਨਵਜੋਤ ਸਿੰਘ ਸਿੱਧੂ ਬਹੁਤ ਤਾਕਤਵਰ ਨਾ ਹੋ ਜਾਏ, ਆਪਣੀ ਕੁਰਸੀ ਦੀ ਬਲੀ ਤਾਂ ਨਹੀਂ ਦੇ ਦੂ? ਕਿਉਂਕਿ ਜਦੋਂ ਕੋਈ ਚੀਜ਼ ਸ਼ਾਂਤ ਹੁੰਦੀ ਹੈ ਨਾ, ਅੰਦਰੋਂ ਖੌਲ ਰਹੀ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਸ਼ਾਂਤ ਨਹੀਂ ਹੋ ਸਕਦਾ ਕਿ ਅੰਦਰੋਂ ਖੌਲ ਰਹੇ ਹੋਣ, ਕਿਉਂਕਿ ਸਿੱਧੂ ਨੂੰ ਪ੍ਰਧਾਨ ਬਣਾਇਆ ਕੈਪਟਨ ਅਮਰਿੰਦਰ ਸਿੰਘ ਦੀਆਂ ਦਲੀਲਾਂ ਤੇ ਸਲਾਹਾਂ ਦਰਕਨਾਰ ਕਰਕੇ। ਸੋ ਦੋਸਤੋ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ
ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਆਖਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।